ਸਬਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ ਰਾਜਾਨ ਰਾਜ ਪਾਣਾਨ ਭਾਣ ਦੀਵਾਨ ਦੇਵ ਉਪਮਾ ਪਹਾੜ ਹਾਜ਼ਰ ਨਾਜ਼ਰ ਪ੍ਰਗਟ ਗੁਰਾਂ ਕੀ ਦੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਚਰਨ ਸ਼ਰਨ ਦੇ ਅੰਦਰ ਔਰ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿਨਾਂ ਦੀ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸ੍ਰੀ ਜਾਪਣੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਰਹੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ ਬਹੁਤ ਵਡਭਾਗੇ ਹੋ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਪਹੁੰਚ ਕਰਕੇ ਹਜ਼ੂਰੀ ਰਾਗੀ ਜਥੇ ਪਾਸੋਂ ਇਸ ਤੋਂ ਪਹਿਲਾਂ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਸੁਖਪੂਰਨ ਕੀਰਤਨ ਬਹੁਤ ਹੀ ਸ਼ਰਧਾ ਭਾਵਨਾ ਪਿਆਰ ਸਤਿਕਾਰ ਸਹਿਤ ਸਰਵਣ ਕੀਤੇ ਹਨ। ਮਹਾ ਆਨੰਦ ਸਦਾ ਕਾਰ ਕੀਰਤਨ ਪੁਰਖ ਵਿਧਾਤਾ ਪਾਏ। ਜਿੱਥੇ ਕੀਰਤਨ ਚੋਂ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਉੱਥੇ ਪੁਰਖ ਵਿਧਾਤਾ ਦੇ ਨਾਲ ਸਾਂਝ ਬਣਦੀ ਹੈ। ਮਨੁੱਖ ਕੀਰਤੀ ਗਾਉਂਦਾ ਕਰਤੇ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਸਤਿਗੁਰਾਂ ਦੇ ਬਚਨ ਕਹੇ ਉਹ ਭਲੇ ਨੇ ਉਹ ਚੰਗੇ ਹੈ ਜਿਹੜੇ ਸੰਸਾਰ ਨਾਲੋਂ ਬਿਰਤੀ ਨੂੰ ਤੋੜ ਕੇ ਨਿਰੰਕਾਰ ਨਾਲ ਜੋੜਨ ਦਾ ਯਤਨ ਕਰ ਰਹੇ ਹੈ। ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੀ ਧਨ ਸੁਆਓ। ਗੁਰਮੁਖ ਆਈ ਇਸ ਵਾਸਤੇ ਹੈ ਜੋ ਇਹ ਕਾਰਜ ਆਪਾਂ ਕਰ ਰਹੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗਾ ਹੈ ਅੰਨ ਲਾਲਚ ਬਿਰਥਾ ਜਨਮ ਪ੍ਰਾਣੀ। ਇੱਥੇ ਮਨੁੱਖਾ ਜਨਮ ਸਫਲ ਹੁੰਦਾ ਆ ਕੇ ਤੇ ਜੇ ਅਸੀਂ ਆਪ ਉਧਰਾ ਜੀਵਨ ਜਿਉਵਾਂਗੇ ਫਿਰ ਮਹਾਰਾਜ ਕਹਿੰਦੇ ਹੈ ਜਨਮ ਅਕਾਰਥ ਚਲਾ ਜਾਂਦਾ ਹੈ ਭਾਵ ਕਿ ਵਿਅਰਥ। ਤੇ ਜਦੋਂ ਸਿੱਖ ਆਪਣੇ ਗੁਰੂ ਕੋਲ ਆ ਕੇ ਉਹ ਸਿੱਖਿਆ ਲੈਂਦਾ ਫਿਰ ਜੋ ਗੁਰੂ ਕਹਿੰਦੇ ਉਹਨੂੰ ਕਮਾਉਂਦਾ ਤੇ ਫਿਰ ਜਿੰਨੇ ਉਹਦੇ ਸਵਾਸ ਨਿਕਲਦੇ ਨੇ ਜਿੰਨਾ ਸਮਾਂ ਉਹ ਬਤੀਤ ਕਰਦਾ ਹੈ ਰੱਬ ਦੀ ਯਾਦ 'ਚੋਂ ਸਵਾਸ ਵੀ ਲੇਖੇ ਉਹ ਸਮਾਂ ਵੀ ਲੇਖੇ ਲੱਗ ਜਾਂਦਾ ਹੈ। ਥੋੜਾ ਜਿਹਾ ਕੱਢਿਆ ਸਮਾਂ ਸਾਰੇ ਜੀਵਨ ਨੂੰ ਰੱਬ ਦੇ ਘਰੇ ਪ੍ਰਵਾਨ ਕਰਵਾ ਦਿੰਦਾ ਹੈ। ਚਾਰ ਉਂਗਲਾਂ ਬੀੜੀ ਪਾਣੀ ਤੋਂ ਬਾਹਰ ਰਹਿੰਦੀ ਹੈ ਬੈਠੇ ਸਾਰੇ ਪੂਰ ਨੂੰ ਸਿਰੇ ਲਾ ਦਿੰਦੀ ਹੈ। ਜੀਵਨ 'ਚੋਂ ਸੰਭਾਲਿਆ ਅੰਮ੍ਰਿਤ ਵੇਲਾ ਸਾਰੇ ਜੀਵਨ ਨੂੰ ਰੱਬ ਦੇ ਘਰ ਪ੍ਰਵਾਨ ਕਰਵਾ ਦਿੰਦਾ ਹੈ। ਵੱਡੇ ਭਾਗ ਜਿੱਥੇ ਸੰਗਤਾਂ ਹਾਜ਼ਰੀ ਭਰ ਰਹੀਆਂ ਉੱਥੇ ਕੱਲ੍ਹ ਦੇ ਜੋ ਨਗਰ ਕੀਰਤਨ ਪਰਸੋਂ ਤੋਂ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ 10ਵੇਂ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ। ਸ੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਜੋ ਨਿਸ਼ਕਾਮ ਸੇਵਾ ਜਥਾ ਹੈ ਉਹਨਾਂ ਦਾ ਬੜਾ ਵੱਡਾ ਉਦਮ ਹੈ। ਹਰੇਕ ਸਾਲ ਹੀ ਸਾਡੇ ਸਥਾਨਾਂ ਤੇ ਨਗਰ ਕੀਰਤਨ ਸੱਜ ਕੇ ਆਉਂਦਾ ਹੈ। ਇਸ ਵਾਰ ਵੀ ਬਖਸ਼ਿਸ਼ ਰਹਿਮਤ ਹੋਈ ਸਤਿਗੁਰਾਂ ਦੀ 10ਵੇਂ ਪਾਤਸ਼ਾਹ ਦੇ ਪਾਵਨ ਸਥਾਨਾਂ ਤੋਂ ਨਗਰ ਕੀਰਤਨ ਸੱਜ ਕੇ 10ਵੇਂ ਪਾਤਸ਼ਾਹ ਦੇ ਸਥਾਨਾਂ ਤੇ ਕੱਲ ਰਾਤ ਦਾ ਵਿਸ਼ਰਾਮ ਸੀ ਪਹੁੰਚਿਆ। ਬਹੁਤ ਸੰਗਤਾਂ ਹਾਜ਼ਰੀ ਭਰ ਰਹੀਆਂ। ਜੀ ਆਇਆਂ ਨੂੰ ਆਓ ਜੀ ਜੋ ਇਸ ਸਮੇਂ ਆਪਾਂ ਰਲ ਮਿਲ ਕੇ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ। ਸੰਗਤਾਂ ਰੋਜ਼ਾਨਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦੀਆਂ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਜਿਹੜੀ ਵਿਚਾਰ ਵਾਰਾਂ ਤੇ ਵਧੀਕ ਬਾਣੀ ਦੇ ਅੰਦਰੋਂ
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ, ਜਿਹਨੂੰ ਅਸੀਂ ਭੋਗ ਦੇ ਸ਼ਲੋਕ ਵੀ ਕਹਿੰਦੇ ਹਾਂ। ਕੱਲ ਦੇ ਦੀਵਾਨਾਂ ਤੱਕ ਆਪਾਂ ਨੇ 8 ਬੰਦਾਂ ਦੀ ਵਿਚਾਰ ਸਰਵਣ ਕੀਤੀ ਹੈ। ਅੱਜ ਦੇ ਪਾਵਨ ਸ਼ਲੋਕ 'ਚ ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ, ਬੜੇ ਪਿਆਰ ਨਾਲ ਆਪਾਂ ਨੇ ਸਮਝਣ ਦਾ ਯਤਨ ਕਰਨਾ ਹੈ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆਪਾਂ ਨੇ ਸੁਰਖੀ ਦੀਆਂ ਝੋਲੀਆਂ 'ਚ ਪਵਾ ਕੇ ਲੈ ਕੇ ਜਾਣੀ ਹੈ। ਸੰਗਤਾਂ 'ਚ ਮੱਸਿਆ ਦੇ ਦਿਹਾੜੇ ਤੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਰਹੀਆਂ। ਸਾਡਾ ਇਹ ਸਮਾਂ ਜਿਹੜਾ ਸਫਲ ਹੋ ਜਾਏ, ਇਸ ਆਸ ਦੇ ਨਾਲ ਗੁਰੂ ਚਰਨਾਂ 'ਚ ਹਾਜ਼ਰੀ ਨਿਭਾਈਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਰਲ ਮਿਲ ਕੇ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਵੀ ਸਾਰੇ ਸੁੱਖਾਂ ਦਾ ਦਾਤਾ ਉਹ ਪ੍ਰਮਾਤਮਾ ਰਾਮ ਹੀ ਹੈ। ਰਾਮ ਦਾ ਇੱਥੇ ਅਰਥ ਹੈ ਜਿਹੜਾ ਰਮਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਦੇ ਅੰਦਰ, ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਸਾਰੇ ਸੰਸਾਰ ਨੂੰ ਧੰਦੇ ਤੇ ਲਾ ਰੱਖਿਆ ਹੈ, ਜਿਹਨੇ ਸਾਰੇ ਸੰਸਾਰ ਨੂੰ ਇੱਕ ਦਿਨ ਸਮੇਟਣਾ ਵੀ ਹੈ। ਉਹ ਪਰਮਾਤਮਾ ਹੀ ਸਾਰਿਆਂ ਨੂੰ ਸੁੱਖ ਦੇਣ ਵਾਲਾ, ਦੂਸਰ ਨਾ ਇਹਨ ਕੋਈ ਦੂਸਰਾ ਕੋਈ ਐਸਾ ਨਹੀਂ ਹੈ ਜਿਹੜਾ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਵਾ ਸਕੇ। ਵੈਸੇ ਗੁਰਮੁਖ ਹੋਏ ਤੇ ਕੋਈ ਸਰੀਰਕ ਸਹੂਲਤਾਂ ਨੂੰ ਸੁੱਖ ਨਹੀਂ ਕਿਹਾ ਗਿਆ ਵੀ ਕਿਸੇ ਕੋਲ ਬਹੁਤ ਵਧੀਆ ਮਕਾਨ ਹੋਵੇ, ਕੱਪੜੇ ਮਹਿੰਗੇ ਪਹਿਨਣ ਲਈ ਹੋਣ, ਗੱਡੀ ਚੰਗੀ ਹੋਵੇ ਸਵਾਰੀ ਵਾਸਤੇ, ਉਹ ਬੜਾ ਸੁਖੀ ਹੈ। ਵੈਸੇ ਜੇ ਸੰਸਾਰ 'ਚ ਆਪਾਂ ਵੇਖੀਏ, ਸਰਬ ਸੁੱਖ ਤੁਹਾਨੂੰ ਮੰਨਣ ਵਾਲਾ ਕੋਈ ਨਹੀਂ ਮਿਲੇਗਾ। ਤੇ ਮਹਾਰਾਜ ਤੇ ਇੱਥੇ ਕਹਿੰਦੇ ਸਭ ਸੁੱਖ ਦਾਤਾ ਰਾਮ ਹੈ। ਚਲੋ ਅਸੀਂ ਸੁੱਖ ਜਿਹੜੇ ਨੇ ਨਾ ਉਹ ਸਰੀਰ ਨਾਲ ਜੋੜ ਕੇ ਵੇਖਦੇ ਹਾਂ ਵੀ ਭਾਈ ਇਹ ਬੜਾ ਸਾਨੂੰ ਵੇਖਣ ਨੂੰ ਜਿਹੜਾ ਬੰਦਾ ਇਹ ਬੜਾ ਸੁਖੀ ਲੱਗਦਾ, ਬੜਾ ਸੁਖੀ ਲੱਗਦਾ ਹੈ। ਬਾਬਾ ਫਰੀਦ ਜੀ ਕਹਿੰਦੇ ਹੈ ਆਪਾਂ ਘਰੇ ਬੈਠੇ ਆ ਨਾ, ਤੇ ਘਰੇ ਬੈਠਿਆਂ ਨੂੰ ਐ ਲੱਗਦਾ ਮੈਂ ਦੁਖੀ, ਕਿਸੇ ਨਾ ਕਿਸੇ ਗੱਲ ਤੋਂ ਬੰਦਾ ਪਰੇਸ਼ਾਨ ਹੈ। ਉਹ ਭਾਵੇਂ ਪਰਿਵਾਰਕ ਤੌਰ ਤੇ ਹੋਵੇ, ਰਿਸ਼ਤੇਦਾਰ ਤੌਰ ਤੇ ਹੋਵੇ, ਸੰਸਾਰਕ ਤੌਰ ਤੇ ਹੋਵੇ, ਆਤਮਿਕ ਤੌਰ ਤੇ ਵੀ ਮੈਂ ਦੁਖੀ ਹੈ। ਹਰੇਕ ਬੰਦੇ ਨੂੰ ਇਹ ਲੱਗਦਾ ਹੈ ਕਿ ਉਹ ਦੂਸਰਿਆਂ ਨੂੰ ਮੰਨਦਾ ਵੀ ਉਹ ਬੜੇ ਸੁਖੀ ਹੋਣਗੇ। ਐਸਾ ਕੁਝ ਹੀ ਹੁੰਦਾ ਹੈ। ਪੁਰਾਤਨ ਸਮੇਂ ਨਾ ਜਦੋਂ ਘਰ ਦੇ ਚੁੱਲ੍ਹਿਆਂ 'ਚ ਅੱਗ ਬਲਦੀ ਸੀ ਨਾ, ਤੇ ਦੂਸਰਿਆਂ ਨੂੰ ਪਤਾ ਲੱਗ ਜਾਂਦਾ ਸੀ ਫਲਾਣੇ ਘਰੇ ਅੱਗ ਬਲਦੀ। ਉਹ ਰਾਤ ਨੂੰ ਹੀ ਬੀਬੀਆਂ ਇੱਕ ਉਹ ਗਿੱਲਾ ਗੋਹਾ ਦਾ ਨੱਪ ਦਿੰਦੀਆਂ ਸਨ ਤੇ ਉਹ ਧੁਖਦਾ ਸੀ। ਸਵੇਰੇ ਉਹ ਰਾਤ ਨੂੰ ਵੀ ਕਈਆਂ ਦੇ ਘਰੋਂ ਧੂੰਆਂ ਨਿਕਲਦਾ ਹੈ। ਬਾਬਾ ਫਰੀਦ ਜੀ ਕਹਿੰਦੇ ਐ ਸਾਨੂੰ ਆਪਣਾ ਦੁੱਖ ਲੱਗਦਾ ਵੀ ਮੈਂ ਦੁਖੀ ਹਾਂ। ਬਾਬਾ ਫਰੀਦ ਜੀ ਕਹਿੰਦੇ ਮੈਂ ਜਦੋਂ ਉੱਚੀ ਜਗ੍ਹਾ ਤੇ ਚੜ੍ਹ ਕੇ ਵੇਖਿਆ ਨਾ, ਉੱਚੀ ਜਗ੍ਹਾ ਦਾ ਅਰਥ ਆਤਮਿਕ ਤੌਰ ਤੇ ਉੱਚੇ ਹੋ ਕੇ ਵੇਖਿਆ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ ਦੁੱਖ ਸੁਭਾਇਆ, ਜਾਗੂ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਰਿਹਾ ਅੱਗ। ਵੀ ਅਸੀਂ ਸਮਝਦੇ ਸਾਂ ਅਸੀਂ ਦੁਖੀ, ਪਰਿਵਾਰ ਦੀਆਂ ਕੋਈ ਟੈਨਸ਼ਨਾਂ ਤੇ ਬੰਦੇ ਨੂੰ ਹੁੰਦੀਆਂ ਹੀ ਆ ਵੀ ਐਂ ਲੱਗਦਾ ਵੀ ਮੈਂ ਹੀ ਦੁਖੀ ਹਾਂ, ਸਾਰਾ ਸੰਸਾਰ ਹੀ ਸੁਖੀ ਹੋਏਗਾ। ਪਰ ਬਾਬਾ ਫਰੀਦ ਜੀ ਕਹਿੰਦੇ ਜਦੋਂ ਅਸੀਂ ਚਲੋ ਘਰੇ ਬੈਠੇ ਹੋਈਏ, ਆਪਣੇ ਵਿਹੜੇ 'ਚ ਡਿਉੜੀ 'ਚ ਵੀ ਖੜ੍ਹ ਜਾਓ, ਤੁਹਾਨੂੰ ਗੁਆਂਢੀਆਂ ਦੇ ਘਰੋਂ ਨਿਕਲਦਾ ਧੂੰਆਂ ਨਜ਼ਰ ਨਹੀਂ ਆਏਗਾ। ਪਰ ਜੇ ਛੱਤ ਤੇ ਚੜ੍ਹੋ, ਦੂਸਰੇ ਘਰ ਨੀਵੇਂ ਹੋਣ, ਤੇ ਫਿਰ ਘਰ ਘਰ ਇਹਾ ਅੱਗ, ਉਹ ਦੁੱਖਾਂ ਦੀ ਅੱਗ ਦਾ ਧੂੰਆਂ ਦੇ ਘਰ ਘਰ। ਪੁਰਾਤਨ ਸਮੇਂ ਧੂੰਆਂ ਲੋਕਾਂ ਦੇ ਘਰਾਂ ਤੱਕ ਦਿਸ ਪੈਂਦਾ ਸੀ, ਹੁਣ ਅੱਗ ਤੇ ਬਲਦੀ ਹੈ। ਔਰ ਹੁਣ ਉਹ ਤਰੀਕਾ ਬਦਲ ਗਿਆ, ਲੋਕ ਸੁਲਗਦੇ ਤੇ ਹੈ, ਦੁਖੀ ਤੇ ਹਨ, ਔਰ ਉਹ ਦੁੱਖ ਕਿਸੇ ਅੱਗੇ ਪ੍ਰਗਟ ਨਹੀਂ ਕਰਦੇ। ਪੁਰਾਤਨ ਸਮੇਂ ਤੇ ਉਹ ਧੂੰਆਂ ਜਿਹੜਾ ਚੁੱਲ੍ਹਾ ਤਾਂ ਅੱਜ ਵੀ ਬਲਦਾ ਹੈ, ਪਰ ਅੱਜ ਧੂੰਆਂ ਨਹੀਂ ਨਿਕਲਦਾ ਹੈ, ਅੱਜ ਹੋਰ ਤਰ੍ਹਾਂ ਦਾ। ਬਾਬਾ ਫਰੀਦ ਜੀ ਕਹਿੰਦੇ ਸਾਰਾ ਸੰਸਾਰ ਹੀ ਦੁਖੀ ਹੈ। ਸੰਸਾਰ ਦੁਖੀ ਇਸ ਕਰਕੇ ਸੰਸਾਰ ਨੇ ਸੁੱਖ ਲੱਭਿਆ ਸੰਸਾਰ ਦੇ ਵਿੱਚੋਂ, ਸੰਸਾਰ 'ਚੋਂ ਸੁੱਖ ਨਹੀਂ ਮਿਲਦਾ।
ਮਹਾਰਾਜ ਨੇ ਕਿਹਾ, ਬਹੁਤਿਆਂ ਨੇ ਕਿਹਾ ਧਨ ਮਿਲਦੇ ਸ਼ਾਇਦ ਸੁਖੀ ਹੋਇਆ। ਹੁਣ ਵੇਖੋ ਜੀ, ਗੁਰੂ ਘਰ ਦੀ ਗੱਲ ਕਰੋ, ਮੰਦਿਰਾਂ ਦੀ ਗੱਲ ਕਰੋ, ਮਸੀਤ, ਜਿੰਨੇ ਧਾਰਮਿਕ ਸਥਾਨ ਹੈ ਸਾਰੇ ਸੁੱਖ ਮੰਗਣੇ ਆਉਂਦੇ ਹੈ। ਕਦੀ ਕਿਸੇ ਨੇ ਦੁੱਖ ਮੰਗਿਆ ਹੈ? ਸਾਰੇ ਮੰਗਦੇ ਸੁੱਖ ਹੈ ਕਿ ਸਾਰੇ ਸੁਖੀ ਨੇ ਸੁੱਖ ਮੰਗਣ ਵਾਲੇ? ਸੁੱਖ ਬਹੁਤਿਆਂ ਨੇ ਮੰਗਿਆ, ਸੁਖੀ ਹੋਇਆ ਨਹੀਂ। ਦੁੱਖ ਕਿਸੇ ਨੇ ਮੰਗਿਆ ਨਹੀਂ, ਸਾਰਾ ਸੰਸਾਰ ਹੀ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ। ਦੁੱਖ ਮੰਗਿਆ ਤੇ ਕਿਸੇ ਨੇ ਨਹੀਂ ਸੀ, ਪਰ ਫਿਰ ਵੀ ਸੰਸਾਰ ਦੁਖੀ ਹੈ। ਅਸੀਂ ਲੱਭਦੇ ਹਾਂ ਸੁੱਖ ਸੰਸਾਰ ਦੇ ਅੰਦਰੋਂ ਹੀ। ਕਿਸੇ ਨੇ ਸੁੱਖ ਵਾਸਤੇ ਪੁੱਤ ਮੰਗਿਆ, ਉਹ ਪੁੱਤ ਸੁੱਖ ਨਹੀਂ ਦੇ ਰਿਹਾ, ਉਹ ਪੁੱਤ ਦੁਖੀ ਕਰ ਰਿਹਾ ਹੈ। ਕਿਸੇ ਨੇ ਧਨ ਮੰਗਿਆ ਸੁੱਖ ਵਾਸਤੇ, ਉਹ ਧਨ ਨਹੀਂ ਦੁੱਖ ਦੇਣ ਲੱਗ ਪਿਆ। ਧਨ ਨੇ ਰੋਗ ਪੈਦਾ ਕਰਤੇ। ਮਰਦ ਕਹਿੰਦੇ ਨਾ, ਸੁੱਖ ਨਾਹੀ ਬਹੁਤੈ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਜਦੋਂ ਸੁੱਖ ਮਿਲਨੇ ਸੀ, ਸਭ ਸੁੱਖ ਦਾਤਾ ਰਾਮ ਹੈ, ਉਸ ਦਾਤੇ ਨੂੰ, ਰਾਮ ਨੂੰ ਹੀ ਭੁੱਲ ਗਏ ਅਸੀਂ। ਲੱਭਦੇ ਸੁੱਖ ਹੈ, ਜਾਂ ਰੱਬ ਦਿੰਦਾ ਜਾਂ ਸੁੱਖ ਗੁਰੂ ਦਿੰਦਾ ਹੈ। ਤੇ ਗੁਰੂ ਨੂੰ ਵੀ ਛੱਡ ਦਿੱਤਾ, ਰੱਬ ਨੂੰ ਵੀ ਹੋਣਾ ਸੁਖੀ ਚਾਹੁੰਦੇ ਆ। ਮਹਾਰਾਜ ਕਹਿੰਦੇ, ਜਾਂ ਰੱਬ ਸੁੱਖ ਦਿੰਦਾ, ਗੁਰੂ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਭਾਈ। ਕਿੰਨੇ ਕੇ ਸ਼ਰਨੀ ਪੈ ਗਏ ਆ ਜੀ ਅਸੀਂ, ਤੇ ਸੁੱਖ ਭਾਲਦੇ ਆ ਤੇ ਮਿਲ ਜਾਏ ਮੈਂ ਕੁਝ ਨਾ ਕਰਾਂ। ਉਹ ਗੁਰੂ ਸਾਹਿਬ ਨੇ ਇੱਕ ਸ਼ਬਦ ਦੇ ਅੰਦਰ ਨਾ ਧਾਰਮਿਕ ਬੰਦਿਆਂ ਦੀ, ਉੱਚੀ ਸੁਰਤ ਵਾਲਿਆਂ ਦੀ ਵੀ ਗੱਲ ਕੀਤੀ। ਇੱਕ ਧਰਾਤਲ ਤਲ ਤੋਂ ਲੈ ਕੇ ਆਤਮਿਕ ਤੌਰ ਤੇ ਉੱਚੇ ਜਿਹੜੇ ਮੰਨਣ ਵਾਲੇ ਦੇਵਤੇ ਸੀ, ਉਹ ਇੱਕ ਸ਼ਬਦ ਆਉਂਦਾ, ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੈ ਕਰ ਆਇਆ। ਉਹਦੇ ਵਿੱਚ ਮਹਾਰਾਜ ਨੇ ਖੀਰ ਤੇ ਜਾ ਕੇ ਦੇਵਤੇ ਆਪਣੇ ਆਪ ਨੂੰ ਮੰਨਣ ਵਾਲੇ, ਮਹਾਰਾਜ ਨੇ ਕਿਹਾ ਨਾਨਕ ਦੁਖੀਆ ਸਭ ਸੰਸਾਰ ਦੇ ਸਾਰੇ ਦੁਖੀ ਹੈ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਹੁਣ ਰਾਮ ਜੀ ਜਿਹੜੇ ਨੇ ਉਹਨਾਂ ਨੂੰ ਅਵਤਾਰ ਕਰਕੇ ਲੋਕਾਂ ਨੇ ਪੂਜਾ। ਕਹਿੰਦੇ ਜਿੱਦਣ ਸੀਤਾ ਨੂੰ ਰਾਵਣ ਲੈ ਗਿਆ, ਉਹ ਲਛਮਣ ਦੇ ਨਾਲੋਂ ਵਿਛੋੜਾ ਪੈ ਗਿਆ, ਰਾਮ ਵੀ ਬੈਠ ਕੇ ਰੋਇਆ। ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀ ਕੋਏ। ਹੋਰ ਕੋਈ ਨਹੀਂ ਜਿੱਥੋਂ ਸਾਰੇ ਸੁੱਖ ਮਿਲਣ। ਸੁੱਖ ਧਨ ਚ ਨਹੀਂ ਹੈ, ਸੁੱਖ ਹੋਰ ਕਿਸੇ ਚੀਜ਼ ਚ ਨਹੀਂ ਹੈ। ਲੱਭਦੇ ਐ ਪਰ ਉਹਨਾਂ ਚ ਸੁੱਖ ਨਹੀਂ ਜੋ ਅਸੀਂ ਲੱਭ ਰਹੇ, ਜਿਨ੍ਹਾਂ ਚੋਂ ਅਸੀਂ ਸੁੱਖ ਭਾਲਦੇ ਹੈ, ਉਹਨਾਂ ਚ ਸੁੱਖ ਨਹੀਂ ਹੈ। ਮਹਾਰਾਜ ਕਹਿੰਦੇ ਕਿਸੇ ਕੋਲ ਸਹੂਲਤਾਂ ਬਹੁਤ ਹੋ ਸਕਦੀਆਂ ਵੀ ਉਹ ਬਹੁਤ ਸਹੂਲਤਾਂ ਮਾਣ ਸਕਦਾ ਹੈ। ਮਹਾਰਾਜ ਕਹਿੰਦੇ ਸੁੰਦਰ ਸੇਜ ਅਨੇਕ, ਉਹਦੇ ਕੋਲ ਸੁੰਦਰ ਸੇਜ ਹੋ ਸਕਦੀ ਹੈ। ਸੁੰਦਰ ਸੇਜ ਅਨੇਕ ਸੁੱਖ ਵੇਖਣ ਨੂੰ, ਅਨੇਕ ਸੁੱਖ। ਜਿਹਦੀ ਸੇਜ ਸੁੰਦਰ ਹੈ, ਘਰ ਬੜਾ ਕੀਮਤੀ ਪਾਇਆ ਹੈ, ਤੇ ਕੋਲੋਂ ਲੰਘਣ ਵਾਲੇ ਨੂੰ ਤੇ ਲੱਗਦਾ ਹੀ ਹੋਏਗਾ ਨਾ ਇਹ ਬੜਾ ਸੁਖੀ ਹੋਣਾ ਜੀ, ਘਰ ਵੇਖੋ ਕਿੱਡਾ ਸੋਹਣਾ ਪਾਇਆ, ਇਹਨੂੰ ਤੇ ਕਿਸੇ ਗੱਲ ਦੀ ਮੁਸ਼ਕਲ ਨਹੀਂ। ਰਸ ਭੋਗਣ ਪੂਰੇ, ਰਸ ਵੀ ਪੂਰੇ ਭੋਗਦਾ ਹੋਵੇ। ਘਰ ਚੰਗਾ ਪਾਇਆ, ਸੇਜ ਸੋਹਣੀ ਹੈ, ਰਸ ਭੋਗਦਾ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਰੇ। ਕਹਿੰਦੇ ਉਹਨੇ ਉਹ ਬੜੇ ਪਰਫਿਊਮ ਅਤਰ ਵੀ ਛਿੜਕਦਾ ਤੇ ਉਹਦੇ ਬੈੱਡ ਤੇ ਉਹਦੀ ਸੇਜਾਂ ਤੇ ਮੋਤੀ ਹੀਰੇ ਵੀ ਲੱਗੇ ਐ। ਤੇ ਮਹਾਰਾਜ ਨੇ ਕਿਹਾ ਮਨ ਇੱਛੇ ਸੁਖ ਮਾਣਦਾ। ਫਿਰ ਉਹ ਬੰਦਾ ਮਨ ਇੱਛੇ ਸੁਖ ਦੀ ਸਹੂਲਤਾਂ ਮਾਣ ਸਕਦਾ ਹੈ। ਗਰਮੀ ਹੈ ਉਹ ਏਸੀ ਦੀ ਉਹ ਠੰਡਕ ਲੈ ਸਕਦਾ ਹੈ। ਜੇ ਠੰਡ ਹੈ ਤੇ ਉਹ ਹੀਟਰ ਲਾ ਕੇ ਸਹੂਲਤ ਹੈ ਨਾ ਉਹਦੇ ਕੋਲ, ਉਹ ਹੀਟਰ ਲਾ ਸਕਦਾ ਹੈ। ਠੰਡ 'ਚ ਉਹ ਗਰਮੀ ਦਾ ਆਨੰਦ ਮਾਣ ਸਕਦਾ, ਗਰਮੀ 'ਚ ਉਹ ਠੰਡ ਦਾ ਆਨੰਦ ਲੈ ਸਕਦਾ। ਮਹਾਰਾਜ ਕਹਿੰਦੇ ਹੈ ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਕਸੂਰੇ, ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕਿਰੇ। ਤੁਹਾਨੂੰ ਲੱਗਦਾ ਹੋਏਗਾ ਬੰਦਾ ਬੜਾ ਸੁਖੀ ਹੈ, ਗੁਰੂ ਸਾਹਿਬ ਜੀ ਕਹਿੰਦੇ ਮੈਂ ਤੇ ਕਹਿੰਦਾ ਗੰਦਗੀ ਦਾ ਕੀੜਾ ਜਿਹੜਾ ਇਹ ਗੰਦਗੀ ਖਾ ਰਿਹਾ, ਗੰਦਗੀ ਭੋਗ ਰਿਹਾ, ਇਹ ਸੁਖੀ ਨਹੀਂ ਹੈ, ਵੇਖਣ ਨੂੰ ਲੱਗਿਆ। ਮਹਾਰਾਜ ਕਹਿੰਦੇ ਇਹ ਸੁਖੀ ਨਹੀਂ ਹੈ, ਜਿਹਨੇ ਸੁਖ ਦੇਣਾ ਉਹਦੇ ਨਾਲ ਤਾਂ ਜੁੜਿਆ ਹੀ ਨਹੀਂ ਹੈ। ਜਿਸ ਪ੍ਰਮਾਤਮਾ ਨੇ ਸੁਖ ਦੇਣਾ ਸੀ, ਜਿਸ ਪ੍ਰਮਾਤਮਾ ਨੇ ਉਹ ਬਖਸ਼ਿਸ਼ ਵਰਤਾਉਣੀ ਸੀ, ਉਹਦੇ ਨਾਲ ਤੇ ਜੁੜਿਆ ਹੀ ਨਹੀਂ ਹੈ। ਤਾਂ ਹੀ ਕਿ ਸਤਿਗੁਰੂ ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹੋ। ਨਾਮ ਬਿਨਾ ਜੋ ਪਹਿਰੇ ਖਾਏ, ਜਿਹੜੇ ਨਾਮ ਨਾਲ ਟੁੱਟ ਕੇ ਪੈਂਦੇ ਖਾਂਦੇ ਨਾ ਸਹੂਲਤਾਂ ਜ਼ਿਆਦੀਆਂ ਮੰਨਦੇ ਹੈ। ਤੇ ਮਹਾਰਾਜ ਨੇ ਬਚਨ ਕਹੇ ਜਿਉਂ ਕੂਕਰ ਜੂਠਣ ਮੈਂ ਪਾਏ। ਕੂਕਰ ਜੂਠਣ ਮੈਂ, ਜੂਠ 'ਚ ਮੂੰਹ ਮਾਰਦਾ ਕੁੱਤਾ, ਕਦੀ ਕੁਦਰ ਕੁਦਰ। ਮਹਾਰਾਜ ਕਹਿੰਦੇ ਸਹੂਲਤਾਂ ਬਹੁਤ ਹੋਣਗੀਆਂ, ਸੁਖੀ ਨਹੀਂ ਹੈ।
ਧਨ ਬਹੁਤ ਹੈ, ਧਨ ਵਾਲਾ ਸੁਖੀ ਨਹੀਂ ਹੈ। ਨਾਮ ਬਿਨਾ ਜੇਤਾ ਵਿਵਹਾਰ ਜਿਉ ਮ੍ਰਿਤਕ। ਮਹਾਰਾਜ ਕਹਿੰਦੇ ਮਿਥਿਆ ਸ਼ਿੰਗਾਰ, ਕਹਿੰਦੇ ਜਿੰਨੀਆਂ ਮਰਜ਼ੀ ਮੁਰਦੇ ਨੂੰ ਸ਼ਿੰਗਾਰ ਵਾਲੀ ਗੱਲ। ਮੁਰਦਾ ਮਹਾਰਾਜ ਕਿਹਨੂੰ ਕਹਿੰਦੇ? ਜਿਹੜੇ ਰੱਬ ਨੂੰ ਭੁੱਲ ਗਏ। ਅਤ ਸੁੰਦਰ ਕੁਲੀਨ ਚਤੁਰ ਮੁਖ ਘਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ। ਭਗਵੰਤ ਮਹਾਰਾਜ ਕਹਿੰਦੇ ਮ੍ਰਿਤਕ ਹੈ ਜਿਹਦੇ ਅੰਦਰ ਭਗਵੰਤ ਦੀ ਪ੍ਰੀਤ ਨਹੀਂ ਹੈ। ਸਹੂਲਤਾਂ ਬਹੁਤ ਮੰਨਦਾ ਹੋਏਗਾ। ਜਪਜੀ ਸਾਹਿਬ ਦੇ ਰੱਬ ਚ ਮਹਾਰਾਜ ਨੇ ਕਿਹਾ ਵੀ ਕਿਸੇ ਦੀ ਉਮਰ ਬਹੁਤ ਲੰਬੀ ਹੋ ਸਕਦੀ ਹੈ, ਉਹਦੀ ਸ਼ੋਭਾ ਸੰਸਾਰ 'ਚ ਹੋ ਸਕਦੀ। 9 ਖੰਡਾਂ ਦੇ ਅੰਦਰ ਬੰਦੇ ਨਾਲ ਤੁਰਦੇ ਹੋਣਗੇ, ਸਾਰੇ ਉਹਨੂੰ ਲੋਕ ਜਾਣਦੇ ਹੋਣਗੇ। ਜ਼ਰੂਰੀ ਨਹੀਂ ਵੀ ਉਹ ਅੰਦਰੋਂ ਸੁਖੀ ਵੀ ਹੋਵੇ। ਜੇ ਜੁਗ ਚਾਰੇ ਆਜ ਦਾ ਹੂਰਤ ਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਆ ਸਾਰੀਆਂ ਸਹੂਲਤਾਂ ਮੰਨਣ ਵਾਲੇ ਦਾ ਫਿਰ ਜੀਵਨ ਵੇਖ ਕੇ ਨਾ ਦੋਸ਼ ਮੜ ਕੇ ਉਹਨੂੰ ਫਿਰ ਜੰਮਣ ਮਰਨ ਦੇ ਗੇੜ 'ਚ ਰੱਬ ਪਾਉਂਦਾ ਹੈ। ਵੇਖਣ ਵਾਲੇ ਨੂੰ ਤੇ ਬੰਦਾ ਬੜਾ ਸੁਖੀ ਲੱਗਦਾ ਹੈ। ਮਹਾਰਾਜ ਕਹਿੰਦੇ ਜਿਹਨੇ ਸੁੱਖ ਦੇਣਾ ਸੀ ਉਹਦੇ ਨਾਲ ਜੁੜਿਆ ਨਹੀਂ। ਸੁੱਖ ਹੁਣ ਧਨ 'ਚ ਨਹੀਂ ਹੈ, ਸੁੱਖ ਮਹਿਲ ਮਾੜੀਆਂ 'ਚ ਨਹੀਂ ਹੈ, ਸੁੱਖ ਸਰੀਰ ਤੇ ਚੰਗੇ ਮਹਿੰਗੇ ਕੱਪੜੇ ਪਾਉਣ 'ਚ ਨਹੀਂ ਹੈ, ਸੁੱਖ ਚੰਗੇ ਹਾਥੀ ਘੋੜੀਆਂ ਦੀ ਵੱਡੀਆਂ ਮਹਿੰਗੀਆਂ ਗੱਡੀਆਂ ਦੀ ਸਵਾਰੀ ਨਹੀਂ ਹੈ। ਸੁੱਖ ਤੇ ਆਤਮਿਕ ਹੈ ਜੇ ਗੁਰੂ ਬਖਸ਼ਦਾ ਹੈ ਤਾਂ। ਆਤਮਿਕ ਤੌਰ ਤੇ ਸੁੱਖ ਮੰਨਦੇ ਲੋਕ। ਤੇ ਜਿਹਨੇ ਸੁੱਖ ਮੰਨਣਾ ਉਹ ਤੇ ਕਹਿੰਦੇ ਕੇਤਿਆ ਦੁੱਖ ਭੂਖ ਸਾਧ ਮਾਰ, ਇਹ ਭੇਦ ਦਾਤ ਤੇਰੀ। ਮਹਾਰਾਜ ਨੇ ਕਿਹਾ ਭੁੱਖ ਦੁੱਖ ਹੈ, ਪਰ ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਆਤਮਿਕ ਸੁੱਖ ਹੈ ਨਾ, ਭੁੱਖ ਚੋਂ ਵੀ ਆਨੰਦ ਮਾਣਦੇ ਆ। ਇਹਦੇ ਮਹਾਰਾਜ ਨੇ ਕਿਹਾ ਨਾ ਵੀ ਕੇਤਿਆ ਦੁੱਖ ਭੂਖ ਸਾਧ ਮਾਰ, ਇਹ ਭੇਦ ਦਾਤ ਤੇਰੀ ਦਤਾਰ। ਭੁੱਖ ਤੇ ਦੁੱਖ ਨੂੰ ਜਿਹਨੇ ਦਾਤ ਬਣਾ ਲਿਓ ਤੇ ਸੁਖੀ ਅੰਦਰੋਂ। ਤੇ ਦੂਸਰੇ ਪਾਸੇ ਮਹਾਰਾਜ ਕਹਿੰਦੇ ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਪ ਦੂਤ। ਇਹ ਦੁੱਖ ਹੈ, ਪਰ ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਉਹ ਬੰਦਾ ਸੁੱਖਾਂ 'ਚ ਬਦਲ ਲੈਂਦਾ। ਵਿਛੋੜਾ ਮਿਟ ਗਿਆ ਨਾ, ਵਿਛੋੜਾ ਦੁੱਖ ਹੈ, ਰੱਬ ਨਾਲ ਵਿਛੜਿਆ। ਸਭ ਤੋਂ ਵੱਡਾ ਦੁੱਖ ਹੀ ਇਹ ਹੈ, ਪਰ ਇਹਦਾ ਸਾਨੂੰ ਅੱਜ ਅਹਿਸਾਸ ਨਹੀਂ ਹੈ। ਅੱਜ ਅਸੀਂ ਅਸਲ ਦੇ ਵਿੱਚ ਬੰਦਾ ਮਿਲੇਗਾ ਉਦੋਂ ਰੱਬ ਨੂੰ ਜਿੱਦਣ ਇਹਨੂੰ ਪਤਾ ਲੱਗ ਜਾਏਗਾ ਮੈਂ ਵਿਛੜਿਆ। ਸਾਡੇ ਕੋਲੋਂ ਸਮਝ ਨਹੀਂ, ਇਸ ਕਰਕੇ ਅਸੀਂ ਸੰਸਾਰ ਨਾਲ ਜੁੜੇ ਹਾਂ। ਸਾਨੂੰ ਵਿਛੋੜੇ ਦਾ ਸੱਲ ਹੀ ਨਹੀਂ ਸਾਡੇ ਅੰਦਰ, ਵਿਛੋੜੇ ਦਾ ਦਰਦ ਹੀ ਨਹੀਂ ਹੈ। ਜਿੱਦਣ ਉਹ ਦਰਦ ਉਪਜੇਗਾ ਨਾ ਫਿਰ ਗੁਰਮੁਖਾਂ ਨੂੰ ਰੱਬ ਨਾਲ ਮੇਲ ਹੋਣਾ ਹੈ। ਅਸੀਂ ਤੇ ਸਰੀਰਕ ਸਹੂਲਤਾਂ ਮਾਰ ਰਹੇ ਹਾਂ ਵੀ ਰੱਬ ਦਿੰਦੇ ਜੀ ਲਈ ਜਾਓ ਜੀ, ਐ ਲੱਗਦਾ ਸੁਖੀ। ਮਹਾਰਾਜ ਕਹਿੰਦੇ ਨਹੀਂ ਨਹੀਂ, ਇੱਥੇ ਤੂੰ ਹੋ ਸਕਦਾ ਸਰੀਰਕ ਤੌਰ ਤੇ ਸਹੂਲਤਾਂ ਵਾਲੇ, ਬੜਾ ਵੱਡਾ ਦੁੱਖ ਹੀ ਜਨਮ ਮਰਨ ਦੇ ਗੇੜ ਦਾ। ਉਸ ਦੁੱਖ ਨੂੰ ਕੱਟ। ਇੱਕ ਵਿਛੋੜਾ, ਇੱਕ ਦੁੱਖ ਭੂਖ। ਕਹਿੰਦੇ ਵੀ ਭੁੱਖ ਵੀ ਦੁੱਖ ਹੈ, ਪਰ ਦਾਸ ਨੇ ਪੰਕਤੀਆਂ ਪੜੀਆਂ ਕੇਤਿਆ ਦੁੱਖ ਭੂਖ ਸਾਧ ਮਾਰ, ਇਹ ਭੇਦ ਦਾਤ ਤੇਰੀ ਦਤਾਰ। ਇੱਕ ਪਾਸੇ ਮਹਾਰਾਜ ਨੇ ਕਿਹਾ ਭੁੱਖ ਦੁੱਖ ਹੈ, ਦੂਸਰੇ ਪਾਸੇ ਭੁੱਖ ਦਾਤ ਬਣ ਗਈ। ਉਹ ਦੁੱਖ ਦੁੱਖ ਰਿਹਾ ਹੀ ਨਹੀਂ। ਭੁੱਖ ਦੁੱਖ ਹੈ, ਜੇ ਭੁੱਖ ਦਾਤ ਬਣ ਗਈ ਫਿਰ ਨਹੀਂ ਦੁੱਖ ਰਹੇਗਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਸੁਖੀ ਉਹ ਨੇ ਦੁੱਖ ਤੇ ਸੁਖ ਵੇਲੇ ਜਿਹੜੇ ਰੱਬ ਨੂੰ ਜਪਦੇ ਆ। ਜੇ ਭੁੱਖ ਦੇ ਤਾਂ ਇੱਕ ਹੀ ਰਾਜਾਂ, ਦੁੱਖ ਵਿੱਚ ਸੁਖ। ਇੱਕ ਬਿਰਤੀ ਹੈ, ਸੁਖ ਸੁਰਤ ਨੇ ਹੋਣਾ, ਸੁਖੀ ਸੁਰਤ ਨੇ ਹੋਣਾ, ਸਰੀਰਕ ਤੌਰ ਤੇ ਨਹੀਂ। ਸਰੀਰਕ ਤੌਰ ਤੇ ਗੁਰੂ ਸਾਹਿਬਾਨਾਂ ਦਾ ਜੀਵਨ ਵੇਖੋ, ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਭੋਗ ਦੇ ਸ਼ਲੋਕ ਉਚਾਰਨ ਕੀਤੇ ਨਾ, ਜਿਨ੍ਹਾਂ ਦੀ ਅਸੀਂ ਵਿਚਾਰ ਕਰਦੇ ਹਾਂ, ਸਰੀਰਕ ਸੁੱਖ ਨਹੀਂ ਸੀ ਉਸ ਟਾਈਮ ਮਹਾਰਾਜ ਦੇ ਕੋਲ। ਪਿੰਜਰੇ ਦੇ ਵਿੱਚ ਕੈਦ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਪਰ ਸ਼ਬਦ ਇਹ ਕਹਿ ਰਹੇ ਨੇ ਵੀ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੀ ਕੋਏ। ਮੰਨ ਲਓ ਤੁਸੀਂ ਕਿਸੇ ਨੂੰ ਕੈਦ 'ਚ ਬੈਠੇ ਆ, ਕਿਸੇ ਦੇ ਪਾਸੇ ਪਹਿਰੇ ਲੱਗੇ ਨੇ, ਬਰਛੀਆਂ ਵਾਲੇ ਬੰਦੂਕਾਂ ਵਾਲੇ ਆਲੇ ਦੁਆਲੇ ਖੜੇ ਨੇ, ਉਹ ਬੰਦਾ ਕਹੇ ਮੈਂ ਬੜਾ ਸੁਖੀ, ਕੀ ਤੁਸੀਂ ਉਹ ਆਪਣਾ ਮਾਈਂਡ ਇਹ ਗੱਲ ਕਹੇਗਾ, ਸੁਰ ਤੇ ਗੱਲ ਕਹੇਗੀ ਵੀ ਸੁਖੀ? ਸਾਨੂੰ ਤੇ ਲੱਗੇਗਾ ਭਾਈ ਇਹ ਤੇ ਬੜੇ ਦੁਖੇ। ਪਰ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਵੀ ਆਨੰਦ ਹੈ। ਉਹ ਸਰੀਰਕ ਤੌਰ ਤੇ ਸੁੱਖਾਂ ਨੂੰ ਸੁੱਖ ਨਹੀਂ ਸੀ ਮੰਨਦੇ ਗੁਰੂ ਸਾਹਿਬ ਜੀ। ਉਹਨਾਂ ਦੀ ਆਤਮਿਕ ਆਨੰਦ ਦੇ ਵਿੱਚ, ਆਤਮਿਕ ਆਨੰਦ ਸੀ ਉਹਨਾਂ ਦੇ ਕੋਲ, ਆਤਮਾ ਆਨੰਦ ਦੇ ਵਿੱਚ ਪ੍ਰਵੇਸ਼ ਕਰ ਗਈ ਸੀ। ਫਿਰ ਸਰੀਰ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਹੈ।
3 ਸਿੱਖ ਸ਼ਹੀਦ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਦੁਖੀ ਕਰਨ ਵਾਸਤੇ, ਪਰ ਉਹਨਾਂ ਨੇ ਉਹਨੂੰ ਵੀ ਦੁੱਖ ਨਹੀਂ। ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹਿਓ। ਫਰੋਖਸੀਅਰ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਬੰਦਿਆਂ ਸਿਆ ਕੈਸੀ ਮੌਤ ਮਰਨੀ ਚਾਹੁੰਦਾ ਹੈ। ਬੰਦਾ ਸਿੰਘ ਪਿੰਜਰੇ 'ਚ ਬੰਦ ਹੈ, ਉਹ ਅੰਦਰੋਂ ਸੀਖਾਂ ਮੁੜੀਆਂ ਹੋਈਆਂ ਬਹੁਤ ਬੁਰੀ। ਉਹ ਕਿਹੜੀ ਮੌਤ? ਤੇ ਬੰਦਾ ਸਿੰਘ ਬਹਾਦਰ ਹਾਸੇ ਕਹਿੰਦਾ ਫਰੋਖਸੀਅਰ ਮੈਨੂੰ ਉਹ ਮੌਤ ਦਈ ਜਿਹੜੀ ਮੌਤ ਤੂੰ ਮਰਨਾ ਚਾਹੁੰਦਾ ਹੈ। ਤੇ ਫਿਰ ਬੰਦਾ ਸਿੰਘ ਬਹਾਦਰ ਨੇ ਇੱਕ 4 ਸਾਲ ਦਾ ਬੇਟਾ ਲਿਆਂਦਾ ਜੈ ਸਿੰਘ, ਦੁਖੀ ਕਰਨ ਵਾਸਤੇ। ਬੰਦਾ ਸਿੰਘ ਬਹਾਦਰ ਨੂੰ ਵੀ ਚਲੋ ਕਈ ਵਾਰੀ ਬੰਦਾ ਨਾ ਗੁਰਮੁਖੋ ਆਪਾਂ ਸੰਸਾਰਿਕ ਤੌਰ ਤੇ ਵਿਚਰਦੇ ਆ। ਉਹ ਪੁਰਾਣੇ ਸਾਡੇ ਬਜ਼ੁਰਗ ਤੁਰਲੇ ਵਾਲੀ ਮਾਵੇ ਵਾਲੀ ਪੱਗ ਬੰਨ੍ਹਦੇ ਹੁੰਦੇ ਹਨ, ਤੇ ਤੁਰਲਾ ਉੱਪਰ ਨੂੰ ਕੱਢ ਕੇ ਨਾ ਪਿੰਡ 'ਚ ਖੁੰਡਾ ਹੱਥ 'ਚ ਹੁੰਦਾ ਸੀ, ਆਕੜ ਕੇ ਤੁਰਦੇ ਹਨ। ਕਈ ਵਾਰੀ ਆਪ ਸਾਰੀ ਜ਼ਿੰਦਗੀ ਬੰਦਾ ਕਿਸੇ ਦੇ ਅੱਗੇ ਸਿਰ ਨਹੀਂ ਜੋ ਝੁਕਾਉਂਦਾ, ਕਹਿੰਦਾ ਕੋਈ ਨਹੀਂ ਜਿਹੜਾ ਮੇਰਾ ਸਿਰ ਨੀਵਾਂ ਕਰ ਜੇ। ਜਦੋਂ ਕਿਤੇ ਧੀ ਪੁੱਤ ਦੀ ਗੱਲ ਆਉਂਦੀ ਉਹੀ ਪੱਗ ਲਾ ਕੇ ਦੂਸਰੇ ਦੇ ਪੈਰਾਂ ਤੇ ਰੱਖਣ ਲੱਗਾ ਵੀ 1 ਮਿੰਟ ਲਾਉਂਦਾ ਹੈ। ਉਹ ਜਿਹੜੇ ਪੁੱਤਰਾਂ ਤੋਂ ਧੀਆਂ ਤੋਂ ਸੁੱਖ ਲੈਣਾ ਚਾਹੁੰਦੇ ਜੋ ਦੁਖੀ ਹੋ ਜਾਣ ਤੇ ਅਸੀਂ ਕਾਹਦੇ ਸੁਖੀ ਹੈ। ਪਰ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਬੇਟੇ ਨੂੰ ਲਿਆਂਦਾ ਸਾਹਮਣੇ, ਕਹਿੰਦੇ ਬੰਦਾ ਸਿਆ ਤੇਰਾ ਹੀ ਪੁੱਤ ਹੈ। ਕਹਿੰਦਾ ਹਾਂ ਮੇਰਾ ਹੀ ਹੈ। ਕਹਿਣ ਲੱਗੇ ਫਿਰ ਕਰ ਦੀਨ ਇਸਲਾਮ ਨੂੰ ਕਬੂਲ। ਉਹ ਇਹੋ ਜਿਹੇ ਯੋਧੇ ਨੂੰ ਇਸਲਾਮ ਵਾਲੇ ਮਾਰਨਾ ਨਹੀਂ ਸੀ ਚਾਹੁੰਦੇ। ਬੰਦਾ ਸਿੰਘ ਬਹਾਦਰ ਵਰਗੇ ਕੋਈ ਵਾਰ-ਵਾਰ ਥੋੜੀ ਜਨਮ ਲੈ ਕੇ ਆਉਂਦੇ ਸੰਸਾਰ ਦੇ ਉੱਪਰ। ਉਹਨਾਂ ਨੂੰ ਐਂ ਸੀ ਵੀ ਜੇ ਇਹਨੂੰ ਦੀਨ ਇਸਲਾਮ 'ਚ ਲੈ ਆਓ ਸਾਨੂੰ ਫਿਰ ਪ੍ਰਚਾਰ ਦੀ ਲੋੜ ਨਹੀਂ ਪਏਗੀ, ਜਿਹੜੇ ਇਹਨਾਂ ਦੇ ਨਾਲ ਸਾਰੇ ਜੁੜੇ ਨੇ ਉਹਨਾਂ ਨੇ ਇਸਲਾਮ ਧਾਰਨ ਕਰ ਲੈਣਾ। ਬੰਦਾ ਸਿੰਘ ਬਹਾਦਰ ਜਦੋਂ ਨਹੀਂ ਡੋਲੇ ਹੈ ਫਿਰ ਉਹਨਾਂ ਦੇ ਬੇਟੇ 4 ਸਾਲ ਦੇ ਬੇਟੇ ਨੂੰ ਲਿਆਂਦਾ ਸਾਹਮਣੇ ਲਿਆ ਕੇ ਨਾ ਛੱਡ ਦਿੱਤਾ। ਬੇਟੇ ਨੂੰ ਛੱਡਣ ਦਾ ਵੀ ਇੱਕ ਕਾਰਨ ਸੀ ਵੀ ਇਹ ਬੇਟਾ ਆਪਣੇ ਪਿਓ ਦੇ ਗਲ ਚੰਬੜੇਗਾ ਤੇ ਜਦੋਂ ਮੋਹ ਜਾਗੇਗਾ ਫਿਰ ਇਹ ਬੰਦਾ ਸਿੰਘ ਬਹਾਦਰ ਇਸਲਾਮ ਨੂੰ ਧਾਰਨ ਕਰੇਗਾ। ਉਹ ਬੱਚੇ ਨੂੰ ਛੱਡਿਆ, ਬੱਚਾ ਦੂਰੋਂ ਬੰਦਾ ਸਿੰਘ ਬਹਾਦਰ ਤੇ ਸੰਗਲਾਂ 'ਚ ਜਕੜੇ ਹੋਏ ਹੈ। ਬੱਚੇ ਨੇ ਆਣ ਕੇ ਆਪਣੇ ਪਿਓ ਨੂੰ ਵਕੜੀ ਪਾਈ ਦੀ ਛਾਤੀ ਨਾਲ ਲੱਗ ਗਿਆ ਨਿੱਕਾ ਜਿਹਾ ਬੱਚਾ। ਤੇ ਬੰਦਾ ਸਿੰਘ ਬਹਾਦਰ ਨੇ ਬੱਚੇ ਨਾਲ ਮੋਹ ਨਹੀਂ ਕੀਤਾ ਵੀ ਮੈਨੂੰ ਮਿਲਿਆ ਮੈਨੂੰ ਬੜੀ ਖੁਸ਼ੀ ਹੋਈ। ਬੰਦਾ ਸਿੰਘ ਬਹਾਦਰ ਆਪਣੇ 4 ਸਾਲ ਦੇ ਪੁੱਤ ਦੇ ਕੰਨ 'ਚ ਕਹਿੰਦੇ ਬੇਟਾ ਤੈਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਇਆ, ਹੁਣ ਤੂੰ ਮੇਰਾ ਪੁੱਤ ਨਹੀਂ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਹੈ। ਜਿਵੇਂ ਜੋਰਾਵਰ ਸਿੰਘ ਫਤਿਹ ਸਿੰਘ ਨੀਹਾਂ 'ਚ ਖੜ ਗਏ ਸੀ ਨਾ ਉਹ ਡੋਲੇ ਨਹੀਂ ਸਨ, ਜੇ ਤੇਰੇ ਨਾਲ ਵੀ ਉਹੋ ਜਿਹਾ ਕੁਝ ਹੋਵੇ ਤੂੰ ਮੇਰਾ ਨਹੀਂ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਹੈ। ਉਸ ਇਤਿਹਾਸ ਨੂੰ ਦਿੱਲੀ ਦੇ ਅੰਦਰ ਦਰਾ ਦੇਣਾ ਮੇਰਾ ਬੱਚਾ ਡੋਲਣਾ ਨਹੀਂ ਹੈ। ਬੰਦਾ ਸਿੰਘ ਬਹਾਦਰ ਨੇ ਗੱਲ ਕਹੀ। ਉਹ ਨਿੱਕਾ ਜਿਹਾ 4 ਸਾਲ ਦਾ ਬੱਚਾ ਕਹਿੰਦਾ ਪਿਤਾ ਜੀ ਜੇ ਤੁਸੀਂ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਕਹਿ ਦਿੱਤਾ ਹੈ ਨਾ ਤੇ ਫਿਰ ਹੁਣ ਜੋਰਾਵਰ ਸਿੰਘ ਤੇ ਫਤਿਹ ਸਿੰਘ ਵਾਂਗੂ ਸ਼ਹਾਦਤ ਦੇ ਦਿਆਂਗਾ ਬਾਪੂ, ਮੈਂ ਕਦੇ ਡੋਲਾਂਗਾ ਨਹੀਂ। ਤੇ ਫਿਰ ਉਸ 4 ਸਾਲ ਦੇ ਬੱਚੇ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਲਿਆ ਕੇ ਉਹ ਪਹਿਲਾਂ ਤੇ ਕਹਿੰਦੇ ਸੀ ਵੀ ਛੁਰੀ ਲੈ ਆਪਣੇ ਪੁੱਤ ਦਾ ਗਲਾ ਕੱਟ। ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਤੂੰ ਕੱਟ। ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਮੇਰੇ ਗੁਰੂ ਨੇ ਤੇ ਬੱਚੇ ਤੇ ਬਜ਼ੁਰਗ ਤੇ ਨਿਹੱਥੇ ਤੇ ਹੱਥ ਚੁੱਕਣ ਲਈ ਕਦੇ ਨਹੀਂ ਕਿਹਾ। ਅਸੀਂ ਕਿਸੇ ਦੇ ਬੱਚਿਆਂ ਨੂੰ ਆਪਣੇ ਗਲ ਨਾਲ ਲਾਉਣ ਵਾਲੇ ਉਹ ਸਾਡੇ ਧਰਮ ਦੀ ਉਪਜ ਦਇਆ 'ਚ ਹੋਈ ਹੈ। ਅਸੀਂ ਤੇ ਇਹੋ ਜਿਹੇ ਕਿਸੇ ਦੇ ਬੱਚੇ ਦਾ ਕਤਲ ਨਾ ਕਰੀਏ। ਤੂੰ ਆਪਣੇ ਬੱਚੇ ਦੀ ਗੱਲ ਕਰਦਾ, ਅਸੀਂ ਮੈਂ ਆਪਣੇ ਬੱਚੇ ਨੂੰ ਕਦੇ ਨਹੀਂ ਮਾਰਾਂਗਾ। ਉਹ ਫਿਰ ਉਹਨਾਂ ਨੇ ਸਾਹਮਣੇ ਬੱਚੇ ਨੂੰ ਬੰਦਾ ਸਿੰਘ ਬਹਾਦਰ ਅੱਖਾਂ ਬੰਦ ਕਰਨ ਲੱਗੇ, ਕਹਿੰਦੇ ਨਹੀਂ ਤੈਨੂੰ ਵੇਖਣਾ ਪਏਗਾ। ਕਾਰਨ ਇਹ ਸੀ ਵੀ ਇਹ ਡੋਲ ਜਾਏਗਾ ਵੀ ਜਦੋਂ ਪੁੱਤਰ ਨੂੰ ਸਾਹਮਣੇ ਕੋਈ ਸਾਡੇ ਬੱਚੇ ਨੂੰ ਤੁਹਾਡੇ ਸਾਹਮਣੇ ਕੋਈ ਚਪੇੜ ਮਾਰਦੇ ਤੁਸੀਂ ਜਰ ਨਹੀਂ ਸਕੋਗੇ। ਉਹ ਬੱਚੇ ਨੂੰ ਸਾਹਮਣੇ 2 ਜਣਿਆਂ ਨੇ ਬਾਹਾਂ ਫੜੀਆਂ, 2 ਜਣਿਆਂ ਨੇ ਉਹ ਪੈਰਾਂ ਵਾਲੇ ਪਾਸੋਂ 4 ਸਾਲ ਦੇ ਬੱਚੇ ਨੂੰ, ਇੱਕ ਬੰਦੇ ਨੇ ਬਰਛੇ ਦੀ ਨੋਕ ਦੇ ਨਾਲ 4 ਸਾਲ ਦੇ ਅਜੈ ਸਿੰਘ ਬੱਚੇ ਦਾ ਉਹ ਕਲੇਜਾ ਬਾਹਰ ਕੱਢਿਆ ਜੀ ਜਿਉਂਦੇ ਦਾ ਨੋਕ ਦੇ ਨਾਲ। ਆਂਦਰਾਂ ਖਿੱਚੀਆਂ, ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਕਲੇਜਾ ਲਿਆ ਕੇ ਪਾ ਦਿੱਤਾ। ਆਪਣੇ ਪੁੱਤ ਦੇ ਖੂਨ ਨਾਲ ਮੂੰਹ ਲਿਬੜ ਗਿਆ ਬੰਦਾ ਸਿੰਘ ਬਹਾਦਰ ਦਾ। ਜੰਜੀਰਾਂ 'ਚ ਬੱਝੇ ਹੋਏ ਨੇ। ਇੱਕ ਗੱਲ ਕਹੀ ਬੜੇ ਪਿਆਰ ਦੇ ਨਾਲ, ਇੱਕ ਸ਼ਬਦ ਪੜਿਆ ਗੁਰੂ ਅਰਜਨ ਸਾਹਿਬ ਜੀ। ਬਹੁਤਾ ਇਤਿਹਾਸ ਨੂੰ ਵਾਚਣ ਦਾ ਸਮਾਂ ਨਹੀਂ ਮਿਲਿਆ, ਬਸ ਸੁਣਿਆ ਹੀ ਹੈ ਵੀ ਤੁਸੀਂ ਕੁਝ ਸ਼ਬਦ ਜਿਹੜੇ ਲੋਹ ਤੇ ਬੈਠ ਕੇ ਲਾਹੌਰ ਗਾਏ ਸਨ। ਬੰਦਾ ਸਿੰਘ ਬਹਾਦਰ ਨੇ ਆਪਣੇ 4 ਸਾਲ ਦੇ ਬੱਚੇ ਦਾ ਕਲੇਜਾ ਆਪਣੇ ਮੂੰਹ 'ਚ ਪਵਾ ਕੇ ਕਿਹਾ ਤੇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗਿਓ। ਦੁਖੀ ਕਰਨਾ ਚਾਹੁੰਦੇ ਸੀ। ਬੰਦਾ ਸਿੰਘ ਬਹਾਦਰ ਦੁਖੀ ਨਹੀਂ ਹੋਏ ਕਿਉਂਕਿ ਆਤਮਾ ਆਨੰਦ 'ਚ ਪ੍ਰਵੇਸ਼ ਕਰ ਗਈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਿਆਂ ਨੂੰ ਸ਼ਹੀਦ ਕਰਨ ਦਾ ਮਤਲਬ ਤੇ ਇਹ ਹੀ ਸੀ ਵੀ ਗੁਰੂ ਸਾਹਿਬ ਜੀ ਡੋਲ ਜਾਣਗੇ, ਘਾਬਰ ਜਾਣਗੇ, ਡਰ ਜਾਣਗੇ ਤੇ ਉਹ
ਬੱਚਿਆਂ ਨੂੰ ਕੈਦ ਕਰਕੇ ਵਜੀਦ ਖਾਂ ਇਹੀ ਤੇ ਕਹਿੰਦਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਕਈਆਂ ਸਾਲਾਂ ਤੋਂ ਸਾਡੇ ਹੱਥੀਂ ਨਹੀਂ ਨਾ ਆਇਆ, ਇਹਦੇ ਬੱਚਿਆਂ ਨੂੰ ਫੜ ਕੇ ਇਹੋ ਜਿਹਾ ਕੁਝ ਕਰੋ ਤੇ ਭੱਜਾ ਆਏਗਾ। ਔਰ ਮਹਾਰਾਜ ਨੇ ਪਰਵਾਹ ਨਹੀਂ ਕੀਤੀ, ਕਹਿੰਦੇ ਜੋ ਮਰਜ਼ੀ ਕਰ ਦਿਓ, ਰੱਬ ਦੇ ਭੇਜੇ ਸਨ, ਰੱਬ ਦੇ ਹੁਕਮ ਨਾਲ ਜਾਣਾ ਸੀ। ਤੇ ਇਹਨਾਂ ਦੇ ਜਨਮ ਤੋਂ ਪਹਿਲਾਂ ਹੀ ਸਾਨੂੰ ਪਤਾ ਸੀ ਇਹ ਭਾਣਾ ਵਾਪਰਨਾ, ਇਹ ਖੇਡ ਵਾਪਰਨੀ ਹੈ, ਸਾਨੂੰ ਤੁਸੀਂ ਕਦੇ ਡੁਲਾ ਨਹੀਂ ਸਕਦੇ। ਮਹਾਰਾਜ ਚੜ੍ਹਦੀ ਕਲਾ 'ਚ ਰਹੇ। ਕਿਸੇ ਨੇ ਕਿਹਾ, ਕਹਿੰਦੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੋ ਵਿਦਵਾਨ ਬੈਠੇ, ਕਹਿੰਦੇ ਸਭ ਕੁਝ ਸੀ ਗੁਰੂ ਸਾਹਿਬ ਦੇ ਕੋਲ, ਪਰ ਗੁਰੂ ਸਾਹਿਬ ਕੋਲ ਇੱਕ ਚੀਜ਼ ਨਹੀਂ ਵੇਖੀ, ਗੁਰੂ ਸਾਹਿਬ ਕੋਲ ਇੱਕ ਚੀਜ਼ ਨਹੀਂ। ਦੂਸਰਾ ਕਹਿੰਦਾ ਉਹ ਭਲਿਆ ਸਾਰੇ ਗੁਣ ਸਨ, ਰੱਬ ਸਾਨੂੰ ਗੁਰੂ। ਉਹ ਕਹਿੰਦਾ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੜੇ ਗੁਣ ਵੇਖੇ ਹੋਣਗੇ, ਬੜੀ ਫੌਜ ਰੱਖੀ, ਬੜਾ ਪਰਿਵਾਰ, ਕਹਿੰਦਾ ਕੋਈ ਇਹ ਨਹੀਂ ਕਹਿ ਸਕਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੱਖਾਂ 'ਚ ਮੈਂ ਅਥਰੂ ਵੇਖੇ ਸਨ। ਕਹਿੰਦਾ ਸਤਿਗੁਰੂ ਆਪਣੇ ਅਥਰੂ ਆਪਣੇ ਅੰਦਰ ਲੈ ਕੇ ਗਏ। ਸੰਸਾਰ ਰੋਂਦਾ ਹੀ ਕਿਸੇ ਨਾ ਕਿਸੇ ਗੱਲ ਤੋਂ। ਮਹਾਰਾਜ ਨੇ ਦੇਵਤਿਆਂ ਦੇ ਅੱਗੇ ਗੱਲ ਕੀਤੀ, ਸਾਰੇ ਇੰਦਰ ਵਰਗੇ ਵੀ ਰੋਏ, ਇੱਥੇ ਰਾਮ ਵਰਗੇ ਵੀ ਰੋਏ। ਕਹਿੰਦੇ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਸੀ, 42 ਸਾਲ ਦੀ ਉਮਰ ਭੋਗ ਕੇ ਗਏ। ਕੋਈ ਨਹੀਂ ਕਹਿ ਸਕਦਾ ਮੈਂ ਫਲਾਣੇ ਥਾਂ ਤੇ ਬੈਠਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰੋਂਦਿਆਂ ਵੇਖੋ, ਆਪਣੇ ਅਥਰੂ ਆਪਣੇ ਅੰਦਰ ਲੈ ਕੇ ਗਏ। ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ 'ਚ ਕੈਦ ਨੇ, ਕਹਿੰਦੇ ਨੇ ਸਭ ਸੁੱਖ ਦਾਤਾ ਰਾਮ ਹੈ। ਹੁਣ ਮੇਰੇ ਵਰਗਾ ਕੋਲ ਖੜਾ, ਮਹਾਰਾਜ ਕਿਹੜੇ ਸੁੱਖਾਂ ਦੀ ਗੱਲ ਕਰਦੇ ਹੋ, ਪਿੰਜਰੇ 'ਚ ਕੈਦ ਹੋ। ਹੋਰ ਇੱਕ ਦੋ ਦਿਨਾਂ ਨੂੰ ਮਹਾਰਾਜ ਇਹ ਕਹਿੰਦੇ ਤੁਹਾਡਾ ਅਸੀਂ ਸੀਸ ਤੁਹਾਡੇ ਨਾਲੋਂ ਅਲੱਗ ਕਰ ਦਿੱਤਾ, ਤੁਸੀਂ ਕਹਿੰਦੇ ਹੋ ਸਭ ਸੁੱਖ ਦਾਤਾ ਰਾਮ ਹੈ। ਉਹ ਮਹਾਰਾਜ ਕਹਿੰਦੇ ਅਸੀਂ ਆਤਮਿਕ ਤੌਰ ਤੇ ਸੁਖੀ ਹੈ, ਤੁਸੀਂ ਸੰਸਾਰ ਤੋਂ ਸੁੱਖ ਲੱਭਦੇ ਹੋ। ਅਸਲ ਦੇ ਅੰਦਰ ਗੁਰਮੁਖੋ ਜਦੋਂ ਸੁਰਤੀ ਉਹ ਨਾਮ ਵਿੱਚ ਪ੍ਰਵੇਸ਼ ਕਰ ਜਾਂਦੀ ਨਾ, ਉਹ ਮਹਾਰਾਜ ਨੇ ਬਚਨ ਕਹੇ ਨੇ, ਨਾਮ ਤੋਂ ਬਗੈਰ ਜੀਵਨ 'ਚ ਸੁੱਖ ਨਹੀਂ ਆ ਸਕਦਾ। ਇੱਕ ਨਾ ਅਸ਼ਟਪਦੀ ਦੇ ਅੰਦਰ ਬੰਦ ਹੈ, ਦਾਸ ਨੇ ਬਹੁਤ ਵਾਰੀ ਸਾਂਝਾ ਕੀਤਾ, ਫਿਰ ਸਾਂਝਾ ਕਰਾਂ। ਮਹਾਰਾਜ ਕਹਿੰਦੇ ਐ ਧਨ ਚਾਹੀਦਾ ਤੇ ਰੱਬ ਨੂੰ ਜਪ, ਸੁੱਖ ਚਾਹੀਦੇ ਨੇ ਗੁਰੂ ਨਾਲ ਪਿਆਰ ਕਰ। ਗੁਰੂ ਤੈਨੂੰ ਦੱਸੇਗਾ ਸੁਖੀ ਕਿਵੇਂ ਰਹਿਣਾ। ਸਾਹਮਣੇ ਸਿੱਖ ਨੂੰ ਵਾਰੇ ਨਾਲ ਚੀਰਿਆ ਜਾਂਦਾ ਹੋਵੇ, ਸਾਹਮਣੇ ਰੂਚ ਲਪੇਟ ਕੇ ਸਾੜਦੇ, ਕੋਈ ਉਬਲਦੀ ਦੇਗ 'ਚ ਬਿਠਾ ਦੇ, ਕਿਸੇ ਦੇ ਬੱਚਿਆਂ ਨੂੰ ਨੀਹਾਂ 'ਚ ਖਿਲਾਰ ਦੇਣ, ਉਹ ਸ਼ਹੀਦ ਬੱਚਿਆਂ ਦੇ ਕੋਲੋਂ ਬਾਪ ਲੰਘਦੇ ਤੇ ਗੁਰੂ ਸਾਹਿਬ ਕਹਿੰਦੇ ਤੈਨੂੰ ਅਸੀਂ ਸਿਖਾਉਣਾ ਇਸ ਤਰ੍ਹਾਂ ਕਿਵੇਂ ਪੁੱਤ ਦੀ ਲਾਸ਼ ਕੋਲ ਰਹਿ ਕੇ ਬੰਦਾ ਸੁਖੀ ਹੋ ਸਕਦਾ। ਜਦੋਂ ਮਹਾਰਾਜ ਵੱਡੇ ਸਾਹਿਬਜ਼ਾਦੇ ਦੀਆਂ ਲਾਸ਼ਾਂ ਕੋਲੋਂ ਚੱਲੇ ਨਾ, ਤੇ ਦਇਆ ਸਿੰਘ ਨੇ ਇੱਕ ਗੱਲ ਕਹੀ ਸੀ, ਕੋਈ ਰਾਹੀ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਮ ਦਾ ਦੇਖਿਆ ਨਾ, ਹੰਸਾਂ ਜਿਹੇ ਪਿਆਰਿਆਂ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਪ ਦਾ ਦੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਮ ਦਾ ਦੇਖਿਆ ਨਾ, ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਵਦਾ ਵੇਗਨ ਹੈ। ਕੋਈ ਖੁਸ਼ੀ ਦੇ ਗੀਤ ਤੇ ਉਹ ਗਾਏਗਾ ਜਿਹੜਾ ਆਪ ਖੁਸ਼ ਹੈ। ਅਸੀਂ ਖੁਸ਼ ਹੈ, ਅਸੀਂ ਹੁਣ ਇੱਥੇ ਖੁਸ਼ ਬੈਠੇ ਆ, ਚਲੋ ਠੀਕ ਹੈ। ਉੱਥੇ ਕਿਸੇ ਨੇ ਕੋਈ ਖਬਰ ਉਹੋ ਜਿਹੀ ਦੇ ਦਿੱਤੀ, ਅਸੀਂ ਰੋਣ ਲੱਗ ਪੈਣਾ। ਅੱਗੇ ਫਿਰ ਕਿਸੇ ਨੇ ਕੋਈ ਹੋਰ ਖਬਰ ਦੇ ਦਿੱਤੀ, ਥੋੜਾ ਜਿਹਾ ਮਨ ਫਿਰ ਬਦਲੇਗਾ। ਫਿਰ ਅਸੀਂ ਇਸ ਤਰ੍ਹਾਂ ਜਿਉਣੇ ਆ। ਮਹਾਰਾਜ ਇੱਕ ਅਵਸਥਾ 'ਚ ਜਿਉਏ ਬਚਪਨ ਤੋਂ ਲੈ ਕੇ, ਉਹ ਆਨੰਦ ਦੇ ਵਿੱਚ ਹੀ ਸਨ। ਉਹਨਾਂ ਨੇ ਸੁੱਖ ਹੀ ਮਾਣੇ। ਵੇਖਣ ਨੂੰ ਸਾਨੂੰ ਲੱਗਾ ਹੁਣ 10ਵੇਂ ਪਾਤਸ਼ਾਹ ਨੇ ਪੈਰ ਪੈਰ ਤੇ ਕਦਮ ਕਦਮ ਤੇ ਆਈਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਮਹਾਰਾਜ ਦਾ ਪਰਿਵਾਰ ਫਿਰ ਮਹਾਰਾਜ ਆਨੰਦ ਦੇ ਅੰਦਰ ਹੈ। ਫਿਰ ਵੀ ਜ਼ਫਰਨਾਮਾ ਲਿਖਦੇ ਆ ਜਾ ਕੇ ਨੰਦੇੜ ਦੀ ਧਰਤੀ ਤੇ, ਫਿਰ ਮਹਾਰਾਜ ਡੇਰੇ ਲਾ ਕੇ ਬੈਠ ਜਾਂਦੇ ਆ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਿੱਖਾਂ 'ਚ ਸੁੱਖ ਚਾਹੁੰਦਾ ਹੈ, ਸੁੱਖਾਂ ਦਾ ਦਾਤਾ ਉਹ ਰਾਮ ਹੈ ਜਿਹੜਾ ਰਮੇ ਦੂਸਰ ਨਾਹੇ ਨੂੰ ਕੋਏ, ਕਿਸੇ ਦੂਸਰੇ ਤੋਂ ਤੈਨੂੰ ਕੋਈ ਸੁੱਖ ਮਿਲਣ ਵਾਲਾ ਨਹੀਂ। ਕਹੋ ਨਾਨਕ ਸੁਣ ਰੇ ਮਨਾ, ਤੇਰੇ ਸਿਮਰਤ ਗਤ ਹੋਏ। ਸਤਿਗੁਰੂ ਕਹਿੰਦੇ ਮਨਾ ਇੱਕ ਗੱਲ ਸੁਣ, ਤੇਹ ਸਿਮਰਤ ਗਤ ਹੋਏ। ਰੱਬ ਨੂੰ ਸਿਮਰੇਗਾ ਨਾ, ਤੇਰੀ ਆਤਮਿਕ ਅਵਸਥਾ ਬਣਨੀ ਹੈ। ਗਤ ਦਾ ਅਰਥ ਆਤਮਿਕ ਅਵਸਥਾ ਉੱਚੀ। ਜੇ ਉਹਨੂੰ ਸਿਮਰੇਗਾ, ਜੇ ਸਿਮਰੇਗਾ ਹੀ ਨਹੀਂ ਫਿਰ ਸੁੱਖ ਦਾ ਵੀ ਪਤਾ ਨਹੀਂ ਲੱਗੇਗਾ ਸੁੱਖ ਕੀ ਹੈ। ਸੁੱਖ ਕੋਈ ਚੰਗਾ ਪ੍ਰਸ਼ਾਦਾ ਛਕ ਲੈਣਾ ਥੋੜੀ ਹੈ। ਸੁੱਖ ਹਰੇਕ ਸਮੇਂ ਰੱਬ ਦਾ ਸਿਮਰਨ ਕਰਨਾ, ਸੁਰਤ ਰੱਬ ਨਾਲ ਜੁੜਨੀ, ਇਹ ਸੁੱਖ ਹੈ। ਰੱਬ ਨਾਲ ਟੁੱਟਣਾ ਦੁੱਖ ਦੇ ਅੰਦਰ ਹੀ ਪ੍ਰਵੇਸ਼ ਕਰ ਜਾਣਾ, ਜਾਂ ਸਵਰਗ ਅਰਥ ਦੇ ਸਵਰਗ ਨਰਕ ਦੇ ਅਰਥ ਨੇ ਜੁੜ ਜਾਣਾ, ਸਵਰਗ 'ਚ ਪੈ ਜਾਣਾ, ਟੁੱਟ ਜਾਣਾ, ਨਰਕਾਂ ਦੇ ਭਾਗੀ ਬਣਨਾ। ਉਹ ਨਰਕਾਂ 'ਚ ਦੁੱਖ ਹੈ ਤੇ ਸਵਰਗ 'ਚ ਸੁੱਖ ਹੈ। ਸਵਰਗ ਜੁੜ ਜਾਣਾ ਹੀ ਹੈ। ਮਹਾਰਾਜ ਕਹਿੰਦੇ ਭਾਈ ਤੇਰੀ ਆਤਮਿਕ ਅਵਸਥਾ ਬਣੇਗੀ। ਅਸਲ ਦੇ ਅੰਦਰ ਨਾ ਮਨੁੱਖ ਆਨੰਦ 'ਚ ਉਦੋਂ ਪ੍ਰਵੇਸ਼ ਕਰਦਾ ਜਦੋਂ 3 ਗੁਣਾਂ ਤੋਂ ਆਪਣੀ ਅਵਸਥਾ ਉੱਪਰ ਲੈ ਜਾਂਦਾ, ਰਜੋ ਤਮੋ ਤੇ ਸਤੋ।
ਜਦੋਂ ਇਹਨਾਂ ਤੋਂ ਇਹਨੂੰ ਸਹਿਜ ਅਵਸਥਾ ਦਾ ਆਤਮਿਕ ਡੋਲਤਾ ਵੀ ਕਿਹਾ ਗਿਆ, ਸੁੱਖ ਉਸ ਅਵਸਥਾ ਦੇ ਅੰਦਰ ਹੀ ਹੈ ਵੀ ਦੁੱਖ ਹੀ ਨਾ ਲੱਗੇ। ਮਹਾਰਾਜ ਕਹਿੰਦੇ ਉਹ ਤੇਰੀ ਗੱਤ ਜਿਹੜੀ ਨਾ ਰੱਬ ਨੂੰ ਸਿਮਰੇਗਾ ਤੇ ਬਣਨੀ ਹੈ, ਉਹ ਅਵਸਥਾ ਤੈਨੂੰ ਰੱਬ ਨੂੰ ਜਪਿਆ ਪ੍ਰਵਾਨ ਹੋਏਗੀ। ਜਿਹ ਸਿਮਰਤ ਗਤ ਪਾਈਐ, ਜਿਹਨੂੰ ਸਿਮਰਿਆ ਭਾਈ ਤੈਨੂੰ ਆਤਮਿਕ ਅਵਸਥਾ ਪ੍ਰਾਪਤ ਹੋਏਗੀ। ਉਸ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਤਿਹ ਭਜ ਰੇ ਤੈ ਮੀਤ। ਮਹਾਰਾਜ ਕਹਿੰਦੇ ਤੇਹ ਭਜ ਰੇ ਤੈ, ਇਹ ਹਿੰਦੀ ਦੇ ਵਿੱਚ ਸ਼ਬਦ ਨੇ ਜੀ, ਸ਼ਲੋਕ ਜਿਹੜਾ ਹਿੰਦੀ ਦੇ ਅੰਦਰ ਹੈ। ਰੇ ਹਿੰਦੀ ਚ ਕਿਹਾ ਜਾਂਦਾ, ਇਹਨੂੰ ਪੰਜਾਬੀ ਰੇ ਦੀ ਕਰਾਂਗੇ ਨਾ, ਓਏ ਬਣਦਾ ਓਏ। ਕਿਸੇ ਨੂੰ ਓਏ ਕਹੇ, ਮਹਾਰਾਜ ਕਹਿੰਦੇ ਉਹਦੇ ਨਾਲ ਜੁੜੇਗਾ ਨਾ ਫਿਰ ਰੇ ਦਰਗਹਿ ਕਹੇ ਨਾ ਕੋ, ਕਹਿੰਦੇ ਤੈਨੂੰ ਓਏ ਕੋਈ ਨਹੀਂ ਕਹੇਗਾ। ਓਏ ਕੋਈ ਸਤਿਕਾਰਯੋਗ ਸ਼ਬਦ ਨਹੀਂ ਹੈ ਇੱਥੇ। ਮਹਾਰਾਜ ਕਹਿੰਦੇ ਤੇਹ ਭਜ ਰੇ ਤੈਂ ਵੀ ਦਿੱਤਾ, ਦੱਸ ਤੂੰ ਮੀਤ ਮਿੱਤਰਾ ਪਰਮਾਤਮਾ ਦਾ ਸਿਮਰਨ ਕਰ, ਤਾਂ ਤੇਰੀ ਗੱਤ ਬਣੇਗੀ, ਅਵਸਥਾ ਬਣੇਗੀ। ਭਜ ਮਨ ਮੇਰੇ ਕੋ ਨਾਮ ਜੀ ਤੇਰੇ ਕੇ ਆਵੇ ਕੰਮ। ਭਜ ਦਾ ਅਰਥ ਉਹਦੇ ਨਾਲ ਜੁੜ ਜਾਣਾ ਕਰ, ਜਾਂ ਇਹਦਾ ਭਜ ਦਾ ਅਰਥ ਭਜਨ ਕਰ, ਭਜ ਦਾ ਅਰਥ ਉਹਦੇ ਚ ਮਿਕਸ ਹੋ ਜਾਣਾ ਕਰ, ਇਹਨੂੰ ਭਜਣਾ ਕਹਿੰਦੇ। ਕਿਸੇ ਨੂੰ ਕਿਸੇ ਚੀਜ਼ ਚ ਮਿਲਾ ਦੇਣਾ, ਉਹ ਇੱਕ ਰੂਪ ਹੋ ਜੇ, ਦੋਵਾਂ ਤੋਂ ਇੱਕ ਰੂਪ ਹੋ ਜੇ, ਇਹਨੂੰ ਭਜਣਾ ਕਹਿੰਦੇ ਆ। ਮਹਾਰਾਜ ਕਹਿੰਦੇ ਤੇਰੀ ਆਤਮਾ ਪ੍ਰਮਾਤਮਾ ਚ ਪ੍ਰਵੇਸ਼ ਕਰ ਜੇ, ਜਾਂ ਤੇਰੀ ਆਤਮਾ ਚ ਪ੍ਰਮਾਤਮਾ ਵਸ ਜੇ, ਕਹਿੰਦੇ ਫਿਰ ਆਤਮਿਕ ਅਵਸਥਾ ਬਣੇਗੀ, ਬੜੀ ਉੱਚੀ ਅਵਸਥਾ। ਮਿੱਤਰਾ ਉਸ ਪ੍ਰਮਾਤਮਾ ਦੇ ਗੁਣ ਗਾਇਆ ਕਾਦ, ਸੋ ਨਾਨਕ ਸੁਣ ਰੇ ਮਨਾ, ਔਦ ਕਟਤ ਹੈ ਨੀਤ। ਸਤਿਗੁਰੂ ਕਹਿੰਦੇ ਮਨਾ ਸੁਣ, ਔਦ ਘਟਤ ਹੈ ਨੀਤ। ਨੀਤ ਦਾ ਅਰਥ ਨਿਤ, ਔਦ ਦਾ ਅਰਥ ਉਮਰ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸਿਜੈ। ਰੋਜ਼ ਬਚਨ ਪੜ੍ਹ ਕੇ ਸੋਨੇ, ਔਦ ਘਟੈ ਦਿਨਸ ਰਹਿਣਾ ਦੇ, ਦਿਨ ਰਾਤ ਕਰਕੇ ਸਾਡੀ ਉਮਰ ਘਟਦੀ ਹੈ। ਦਾਸ ਨੇ ਅੱਗੇ ਕਈ ਵਾਰੀ ਬੇਨਤੀ ਕੀਤੀ ਹੈ ਵੀ ਤਿੰਨ ਉਹ ਬਚਨ ਕਿਸੇ ਨੇ, ਸਾਧੂ ਨੇ, ਇੱਕ ਆਏ ਹੋਏ ਜਗਿਆਸੂ ਨੂੰ ਕਹੇ, ਉਹ ਸਾਧੂ ਨੂੰ ਕਹਿੰਦਾ ਜੀ ਉਪਦੇਸ਼ ਦਿਓ। ਉਹ ਕਹਿੰਦਾ ਵੀ ਲੈ ਮੈਂ ਤੈਨੂੰ ਕੁਝ ਲਿਖ ਕੇ ਦੇਣਾ ਤੇ ਮੈਨੂੰ ਲਿਆ ਕੇ ਦੇ। ਉਹ ਨੌਜਵਾਨ ਬਾਜ਼ਾਰ 'ਚ ਚਲਾ ਜਾਂਦਾ, ਉਹਨੇ ਸਾਧੂ ਨੇ ਪਰਚੀ ਤੇ ਲਿਖ ਦਿੱਤਾ ਘਟੇ ਵਧੇ ਨਾ ਵਧੇ ਨਾ ਘਟੇ। ਕਹਿੰਦਾ ਵੀ ਇਹ ਚੀਜ਼ ਲੈ ਕੇ ਆਓ। ਉਹ ਪੰਸਾਰੀ ਦੀ ਦੁਕਾਨਾਂ ਤੇ ਫਿਰਦਾ ਰਿਹਾ ਨੌਜਵਾਨ, ਕਿਤੇ ਉਹ ਕੁਝ ਨਹੀਂ ਮਿਲਿਆ। ਵਾਪਸ ਆਇਆ, ਇੱਕ ਸਾਧੂ ਹੋਰ ਬੈਠਾ ਸ਼ਹਿਰ ਤੋਂ ਬਾਅਦ, ਕਹਿੰਦਾ ਵੀ ਇਹਨੂੰ ਪੁੱਛੀਏ ਵੀ ਇਹ ਤਾਂ ਚੀਜ਼ ਕਿਤੇ ਮਿਲੀ ਨਹੀਂ ਹੈ। ਉਹ ਕਹਿੰਦਾ ਵੀ ਸਾਧੂ ਨੂੰ, ਫਕੀਰ ਨੂੰ ਕਹਿੰਦਾ ਜੀ ਤੁਹਾਡੇ ਵਰਗੇ ਕਿਸੇ ਸਾਧੂ ਮਹਾਂਪੁਰਖਾਂ ਨੇ ਲਿਖ ਕੇ ਦਿੱਤਾ ਹੈ, ਪਰ ਮੈਂ ਸਾਰਾ ਸ਼ਹਿਰ ਗਿਆ, ਮੈਨੂੰ ਕੋਈ ਚੀਜ਼ ਕਿਤੇ ਮਿਲੀ ਨਹੀਂ, ਆ ਤੁਸੀਂ ਦੱਸੋ ਕਿੱਥੋਂ ਮਿਲੇਗੀ। ਕਹਿੰਦਾ ਜੀ ਦੱਸੋ ਕਿਹੜੀ। ਉਹ ਕਹਿੰਦਾ ਜੀ ਘਟੇ। ਉਹ ਮਹਾਂਪੁਰਖ ਕਹਿੰਦੇ ਵੀ ਇਹ ਤਾਂ ਹੈ ਹੀ ਤੇਰੇ ਕੋਲ ਹੈ। ਵਧੇ ਕਹਿੰਦਾ ਤੇਰੇ ਕੋਲ ਹੀ ਹੈ, ਨਾ ਵਧੇ ਨਾ ਘਟੇ, ਕਹਿੰਦਾ ਤੇਰੇ ਅੰਦਰ ਹੀ ਹੈ ਸਭ ਕੁਝ, ਤੂੰ ਬਾਹਰੋਂ ਲੱਭਦਾ ਫਿਰਦਾ ਜਾ। ਕਹਿੰਦਾ ਜੀ ਦੱਸੋ, ਕਹਿੰਦਾ ਪਹਿਲਾਂ ਲਿਖਿਆ ਘਟੇ। ਉਹ ਸਾਧੂ ਕਹਿੰਦੇ ਇਹਦੇ ਅੱਗੇ ਲਿਖਦੇ ਉਮਰ ਘਟੇ ਘਟਦੀ ਹੈ, ਵੱਧਦੀ ਤੇ ਹੈ ਨਹੀਂ ਹੈ। ਜਦੋਂ ਦੇ ਅਸੀਂ ਜਨਮ ਲੈ ਕੇ ਘਟੀ ਹੈ, ਵਧੀ ਥੋੜੀ ਸਾਡੀ ਉਮਰ। ਉਹ ਵੱਖਰੀ ਗੱਲ ਹੈ, ਬੰਦਾ ਜਨਮ ਦਿਨ ਮਨਾਉਂਦਾ ਰਹੇ। ਗੁਰਮਤਿ ਅਨੁਸਾਰ ਜਨਮ ਦਿਨ ਨਹੀਂ ਮਨਾ ਜੇ ਮਨਾਉਣੇ ਆ ਤੇ ਫਿਰ ਅਗਿਆਨਤਾ ਹੀ ਹੋਏਗੀ। ਗੁਰੂ ਸਾਹਿਬ ਨੇ ਲਿਖ ਕੇ ਦਿੱਤਾ ਹੈ, ਜਨਮੇ ਕੋ ਵਾਜੇ ਵਧਾਏ, ਸੋਹੇ ਲੜੇ ਅਗਿਆਨੀ ਗਾਏ, ਜੋ ਜਨਮੈ ਤਿਸ ਸਰ ਪਰ ਮਰਨਾ, ਕਿਰਤ ਪਾਇਆ ਸਿਰ। ਮਹਾਰਾਜ ਕਹਿੰਦੇ ਘਟਦੀ ਚੀਜ਼ ਤੇ ਕਾਹਦੀ ਖੁਸ਼ੀ ਮਨਾਉਣੀ ਹੁੰਦੀ ਹੈ। ਸਾਨੂੰ ਮੰਨ ਲਓ ਵੀ ਅਸੀਂ ਕੋਈ ਮਿਹਨਤ ਕਰਦੇ ਹਾਂ, ਕਿਸੇ ਦੀ ਪ੍ਰਮੋਸ਼ਨ ਹੋਈ, ਖੁਸ਼ੀ ਤੇ ਉਹ ਹੈ ਵੀ ਕੋਈ ਚੀਜ਼, ਤਨਖਾਹ ਵੱਧ ਗਈ ਮੇਰੀ, 1 ਕਿੱਲਾ ਜ਼ਮੀਨ ਖਰੀਦ ਲਈ, ਜ਼ਮੀਨ ਵੱਧ ਗਈ, ਜਾਂ ਹੋਰ, ਜਾਂ ਆਤਮਿਕ ਤੌਰ ਤੇ ਮੇਰਾ ਨਿਤਨੇਮ ਵੱਧ ਗਿਆ ਦੀ ਖੁਸ਼ੀ ਹੈ। ਘਟੇ ਦੀ ਕਾਹਦੀ ਖੁਸ਼ੀ ਹੈ ਵੀ? ਘਟੇ ਦੀ ਤਾਂ ਖੁਸ਼ੀ ਨਹੀਂ ਮਨਾਉਣੀ ਚਾਹੀਦੀ, ਅਸੀਂ ਘਟੇ ਦੀ ਖੁਸ਼ੀ ਮਨਾਉਣਾ ਹੈ। ਉਹ ਸਾਧੂ ਕਹਿੰਦੇ ਤੇ ਅੱਗੇ ਲਿਖ ਘਟੇ ਦਾ ਅਰਥ ਉਮਰ ਘਟਦੀ ਜਾ ਰਹੀ ਹੈ, ਦਿਨ ਤੇ ਪਹਿਰ ਤੇ ਘੜੀਆਂ, ਆਪ ਘਟੇ ਤਾਂ ਨਸੀਜੇ। ਉਹ ਨੌਜਵਾਨ ਕਹਿੰਦੇ ਤੇ ਗੱਲ ਠੀਕ ਹੈ ਵੀ ਜੇ ਰੱਬ ਨੇ 50 ਸਾਲ ਦਿੱਤੇ ਨੇ, 30 ਸਾਲਾਂ ਦਾ ਹੋ ਗਿਆ, ਇਹਦਾ ਮਤਲਬ ਪੰਜਾਬੋਂ ਜੋ 30 ਸਾਲ ਘਟੇ ਹੈ, 20 ਬਾਕੀ ਰਹਿ ਗਏ ਹੈ। ਕਹਿੰਦਾ ਜੀ ਅੱਗੇ ਲਿਖਿਆ ਵਧੇ। ਉਹ ਕਹਿੰਦੇ ਇਹਦੇ ਅੱਗੇ ਲਿਖ ਤ੍ਰਿਸ਼ਨਾ, ਉਮਰ ਘਟਦੀ ਹੈ ਤੇ ਤ੍ਰਿਸ਼ਨਾ ਬੰਦੇ ਦੀ ਵੱਧਦੀ ਹੈ। ਉਮਰ ਘਟਦੀ ਹੈ, ਤ੍ਰਿਸ਼ਨਾ ਵੱਧਦੀ ਹੈ। ਤ੍ਰਿਸ਼ਨਾ ਵਧੀ, ਹਜ਼ਾਰਾਂ ਸਾਲ, ਲੱਖਾਂ ਹੋ ਗਏ, ਫਿਰ ਕਰੋੜਾਂ,
ਫਿਰ ਇਸ ਤੋਂ ਵੱਧ ਤ੍ਰਿਸ਼ਨਾ ਹੋਰ ਵੀ ਵੱਧਦੀ ਹੈ। ਸਾਈਕਲ ਵਾਲਾ ਕਹਿੰਦਾ ਹੈ ਮੋਟਰਸਾਈਕਲ ਸਕੂਟਰ ਲੈ ਲਿਆ ਨਾ ਗੱਲ ਬਣ ਜਾਏਗੀ, ਸਕੂਟਰ ਵਾਲਾ ਕਹਿੰਦਾ ਮੋਟਰਸਾਈਕਲ ਗੱਡੀ ਜਹਾਜ਼, ਫਿਰ ਕਹਿੰਦਾ ਮੇਰੇ ਹੁਣ ਸਾਰਾ ਕੁਝ ਮੇਰੇ ਕੋਲ ਹੀ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਵੀ ਠੀਕ ਹੈ ਵੀ ਤ੍ਰਿਸ਼ਨਾ ਵੱਧਦੀ ਹੈ, ਉਮਰ ਘਟਦੀ ਤ੍ਰਿਸ਼ਨਾ, ਕਹਿੰਦਾ ਜੀ ਨਾ ਵਧੇ ਨਾ ਘਟੇ। ਉਹ ਮਹਾਂਪੁਰਖ ਕਹਿੰਦੇ ਉਹ ਸਵਾਸ ਹੈ, ਰੱਬ ਨੇ ਜਿੰਨੇ ਦਿੱਤੇ ਹੈ ਉਹ ਨਾ ਵਧਨੇ ਨਾ ਘਟਨੇ, ਘਣ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਏਲਸਾਰ। ਇੱਥੇ ਮਹਾਰਾਜ ਨੇ ਬਚਨ ਕਹਿੰਦੇ ਚਲੋ ਆਪਾਂ ਇਹਨੂੰ ਪਿਛਲੇ ਪਾਸੇ ਨੂੰ ਲਿਜਾਈਏ, ਔਦ ਘਟਤ ਹੈ ਨੀਂਦ, ਤੇਰੀ ਉਮਰ ਘਟਦੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਹੈ ਮੇਰੀ ਗੱਲ ਸੁਣ। ਫਿਰ ਕਹਿੰਦੇ ਹੈ ਜੇ ਸਿਮਰਤ ਗਤ ਪਾਈਏ, ਜਿਹਨੂੰ ਸਿਮਰਿਆ ਤੈਨੂੰ ਅਵਸਥਾ ਮਿਲਣੀ, ਤੇ ਇਹ ਭੱਜ ਰੇ ਤੇ ਵੀ ਤੂੰ ਉਹਦੇ ਨਾਲ ਭੱਜ। ਫਿਰ ਅਗਲੇ ਬਚਨ ਕਿਹਾ ਜੇ ਭੱਜੇਗਾ ਨਾ ਫਿਰ ਸਭ ਸੁਖ ਦਾਤਾ ਨਾਮ, ਜਿਹਦੇ ਨਾਲ ਜੁੜੇਗਾ ਸਾਰੇ ਸੁੱਖਾਂ ਦਾ ਦਾਤਾ ਉਹ ਹੀ ਹੈ। ਦੂਸਰ ਨਾ ਹੈ ਨੂੰ ਕੋਈ ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ। ਮਹਾਰਾਜ ਕਹਿੰਦੇ ਬੰਦਿਆ ਉਮਰ ਘਟ ਰਹੀ ਹੈ, ਤ੍ਰਿਸ਼ਨਾ ਵੱਧ ਰਹੀ ਹੈ, ਰੱਬ ਨੂੰ ਜਪ ਜੇ ਸਦੀਵ ਕਾਲ ਵਾਸਤੇ ਸੁੱਖ ਚਾਹੁੰਦਾ ਹੈ। ਸੁੱਖ ਜਿਹੜੇ ਕੰਮਾਂ 'ਚ ਤੂੰ ਲੱਗਾ ਇਹਨਾਂ 'ਚ ਸੁੱਖ ਨਹੀਂ ਹੈ। ਇੱਥੇ ਤੇ ਵੇਖ ਜਾ ਕੇ ਲੋਕਾਂ ਦੇ ਘਰੇ ਨਾਨਕ ਦੁਖੀਆ ਸਭ ਸੰਸਾਰ ਹੀ ਹੈ। ਮਾਫ ਕਰਨਾ ਕਈ ਵਾਰੀ ਨਾ ਐਸਾ ਕੁਝ ਹੁੰਦਾ ਹੈ, ਉਹ ਸੱਤਨ ਕਾ ਦਾਨਾ ਰੂਖਾ ਮੰਗ ਕੇ